ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 815 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਮਨੁੱਖ ਮਾਤਰ ਨੂੰ ਐਸੇ ਜੀਵਨ ਦਾ ਰਾਸਤਾ ਦੱਸਿਆ ਹੈ ਜਿਸ ਜੀਵਨ ਢੰਗ ਨੂੰ ਅਪਣਾ ਕੇ ਮਨੁੱਖ ਆਨੰਦਮਈ ਜ਼ਿੰਦਗੀ ਜੀ ਸਕਦਾ ਹੈ। ਜਿਸ ਜੀਵਨ ਢੰਗ ਨੂੰ ਅਪਣਾ ਕੇ ਜੀਵਨ ਦੇ ਹਰ ਪੱਖ ਅੰਦਰ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ ਤੇ ਇਸ ਸਮਾਜ ਨੂੰ, ਸੰਸਾਰ ਨੂੰ ਸੋਹਣਾ, ਸੁੰਦਰ, ਸਵਰਗ ਵਰਗਾ ਬਣਾਇਆ ਜਾ ਸਕਦਾ ਹੈ। ਐਸਾ ਕਿਵੇਂ ਹੋਏਗਾ? ਗੁਰਦੇਵ ਪਾਤਸ਼ਾਹ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾ ਰਹੇ ਹਨ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਉਦਮ ਕਰੀਏ, ਵਿਚਾਰ ਕਰਨ ਦਾ ਯਤਨ ਕਰੀਏ। ਗੁਰਦੇਵ ਪਾਤਸ਼ਾਹ ਪਹਿਲਾ ਬਚਨ ਕਰਦੇ ਹਨ, ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ। ਕਿ ਉਦਮ ਕਰਨ ਦੇ ਨਾਲ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਔਰ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਪ੍ਰਭੂ ਦੀ ਯਾਦ ਕੀਤਿਆਂ ਜੀਵਨ ਦੇ ਅੰਦਰ ਸਭ ਤੋਂ ਸ੍ਰੇਸ਼ਟ ਸੁਖ, ਆਤਮਿਕ ਸੁਖ ਮਨੁੱਖ ਦੀ ਝੋਲੀ ਵਿੱਚ ਪੈ ਜਾਂਦਾ ਹੈ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਇਸ ਮਨੁੱਖ ਦੇ ਜੀਵਨ ਵਿੱਚੋਂ ਵਿਕਾਰਾਂ ਦਾ ਹਨੇਰਾ ਮੁੱਕ ਜਾਂਦਾ ਹੈ, ਜਿੱਥੇ ਜਾ ਕੇ ਮਨੁੱਖ ਦੇ ਅੰਦਰੋਂ ਸਵਾਰਥ ਔਰ ਮੈਂ ਮੇਰੀ ਖਤਮ ਹੁੰਦੀ ਹੈ। ਇਹਦੇ ਅੰਦਰ ਵਿਵੇਕ ਬੁੱਧ ਪੈਦਾ ਹੁੰਦੀ ਹੈ, ਕਾਮਨ ਸੈਂਸ ਪੈਦਾ ਹੁੰਦੀ ਹੈ। ਇਸ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਆਪਣੇ ਜੀਵਨ ਦਾ ਸਹੀ ਫੈਸਲਾ ਕਿਹੜਾ ਲੈਣਾ ਹੈ। ਠੀਕ ਗਲਤ, ਹਾਨੀ ਲਾਭ, ਧਰਮ ਅਧਰਮ, ਇਹਨਾਂ ਚੀਜ਼ਾਂ ਦੀ ਮਨੁੱਖ ਨੂੰ ਸਮਝ ਆਉਂਦੀ ਹੈ ਔਰ ਜ਼ਿੰਦਗੀ ਦੇ ਇਹ ਸਹੀ ਫੈਸਲੇ ਲੈਂਦਾ ਹੈ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਚਾਰ ਚਫੇਰੇ ਉਸ ਮਾਲਕ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਸੰਸਾਰ ਦੇ ਕਣ ਕਣ ਦੇ ਅੰਦਰ ਇਹ ਤੱਕਦਾ ਹੈ। ਹਰ ਮਨੁੱਖ ਅੰਦਰ ਰੱਬੀ ਜੋਤ ਨੂੰ ਵੇਖਦਾ ਹੈ ਔਰ ਹਰ ਇੱਕ ਦੇ ਨਾਲ ਪਿਆਰ ਸਤਿਕਾਰ ਵਾਲਾ ਵਿਹਾਰ ਕਰਦਾ ਹੈ। ਹੁਣ ਇਸ ਚੀਜ਼ ਵਾਸਤੇ ਸਾਡੀ ਜ਼ਿੰਦਗੀ ਦੇ ਅੰਦਰ ਉਦਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਦਮ ਤੋਂ ਬਿਨਾਂ ਇਸ ਦੁਨੀਆ ਦੇ ਅੰਦਰ ਮਨੁੱਖ ਨੂੰ ਕੁਝ ਵੀ ਨਹੀਂ ਮਿਲਦਾ। ਅਸੀਂ ਬਹੁਤ ਸਾਰੇ ਆਲਸੀ ਲੋਕਾਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਜੀਵਨ ਦੇ ਅੰਦਰ ਉਦਮ ਨਹੀਂ ਕੀਤਾ ਹੁੰਦਾ। ਉਹ ਜੀਵਨ ਦੇ ਹਰ ਪੱਖ ਦੇ ਅੰਦਰ ਪਛੜ ਜਾਂਦੇ ਹਨ, ਚਾਹੇ ਉਹ ਆਰਥਿਕ ਪੱਖ ਹੈ, ਸਮਾਜਿਕ ਪੱਖ, ਰਿਸ਼ਤੇ ਆਦਿਕ ਨਿਭਾਉਣੇ ਨੇ, ਜਾਂ ਉਹਨਾਂ ਦੀ ਆਮ ਜ਼ਿੰਦਗੀ ਹੈ, ਉਹਦੇ ਅੰਦਰ ਉਹ ਪਛੜ ਜਾਂਦੇ ਨੇ ਕਿਉਂਕਿ ਉਹ ਜੀਵਨ ਦੇ ਅੰਦਰ ਉਦਮ ਨਹੀਂ ਕਰ ਰਹੇ। ਉਦਮ ਤੋਂ ਬਿਨਾਂ, ਯਤਨ ਤੋਂ ਬਿਨਾਂ ਦੁਨੀਆ ਦੇ ਅੰਦਰ ਮਨੁੱਖ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਉਦਮੀ ਬਣੋ, ਆਲਸ ਦਾ ਤਿਆਗ ਕਰੋ। ਗੁਰਦੇਵ ਨੇ ਹੋਰ ਥਾਵਾਂ ਤੇ ਬਚਨ ਕੀਤਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਤਰ੍ਹਾਂ ਆਪਣੀ ਕਿਰਤਕਾਰ ਦੇ ਅੰਦਰ ਉਦਮ ਕਰਨਾ ਹੈ। ਉਸ ਉਦਮ ਦੇ ਨਾਲ ਬੰਦਾ ਆਪਣੇ ਰੋਟੀ ਕੱਪੜੇ ਮਕਾਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰੇਗਾ। ਸਮਾਜਿਕ ਜੀਵਨ ਦੇ ਅੰਦਰ ਰਿਸ਼ਤਿਆਂ ਨਾਤਿਆਂ ਨੂੰ ਬੜੀ ਸ਼ਿੱਦਤ ਦੇ ਨਾਲ ਨਿਭਾਉਣ ਦਾ ਜੋ ਉਦਮ ਕਰਦੇ ਨੇ, ਉਹ ਉਹਨਾਂ ਰਿਸ਼ਤਿਆਂ ਨਾਤਿਆਂ ਨੂੰ ਬੜੇ ਪਿਆਰ ਦੇ ਨਾਲ ਸਾਂਭ ਲੈਂਦੇ ਨੇ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦਾ ਉਦਮ ਕਰਨਾ, ਚੰਗੇ ਗੁਣਾਂ ਦੇ ਆਪ ਧਾਰਨੀ ਹੋਣ ਦਾ ਉਦਮ ਕਰਨਾ ਤੇ ਨਾਲ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦਾ ਉਦਮ ਕਰਨਾ, ਕਿਉਂਕਿ ਸ਼ੁਭ ਗੁਣਾਂ ਵਾਸਤੇ ਉਦਮ ਕਰਨਾ ਹੀ ਪਵੇਗਾ, ਸ਼ੁਭ ਗੁਣਾਂ ਵਾਸਤੇ ਯਤਨਸ਼ੀਲ ਹੋਣਾ ਪਵੇਗਾ। ਰੱਬ ਦੀ ਸਿਫਤ ਸਲਾਹ ਸਾਨੂੰ ਕਰਨੀ ਹੋਵੇਗੀ, ਗੁਰਬਾਣੀ ਮੁਤਾਬਕ ਜੀਵਨ ਜੀਣ ਲਈ ਯਤਨ ਕਰਨਾ ਪਵੇਗਾ। ਹਮੇਸ਼ਾ ਜੋ ਸਫਲਤਾਵਾਂ ਨੇ ਉਹ ਔਖੇ ਰਾਹਾਂ 'ਤੇ ਤੁਰ ਕੇ ਮਿਲਦੀਆਂ ਨੇ, ਉਹਨਾਂ ਵਾਸਤੇ ਉਦਮ ਕਰਨਾ ਹੀ ਪੈਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਦਮ ਕਰਦਿਆਂ ਜੀਵਨ ਦੇ ਅੰਦਰ ਆਨੰਦ, ਖੁਸ਼ੀਆਂ, ਖੇੜੇ ਪੈਦਾ ਹੁੰਦੇ ਨੇ।
ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਜੀਵਨ ਦੇ ਅੰਦਰ ਸਾਰ ਸ੍ਰੇਸ਼ਟ ਸੁੱਖ, ਸਾਰੇ ਸੁੱਖਾਂ ਦਾ ਸੋਮਾ ਆਤਮਿਕ ਸੁੱਖ ਮਨੁੱਖ ਦੀ ਝੋਲੀ ਵਿੱਚ ਪੈਂਦਾ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਜੋ ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ, ਪ੍ਰਭੂ ਦੀ ਸਿਫਤ ਸਲਾਹ ਕਰ ਕਰਕੇ ਗੁਣਾਂ ਦੇ ਨਾਲ ਭਰਪੂਰ ਪ੍ਰਭੂ ਦੇ ਵਿਚਾਰ ਮਨ ਦੇ ਅੰਦਰ ਟਿਕੇ ਰਹਿੰਦੇ ਨੇ। ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ। ਬਾਰ-ਬਾਰ ਜਦੋਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਾਂਗੇ, ਭਾਵ ਗੁਣਾਂ ਬਾਰੇ ਸੋਚਾਂਗੇ, ਗੁਣਾਂ ਬਾਰੇ ਬੋਲਾਂਗੇ, ਗੁਣਾਂ ਬਾਰੇ ਜੀਵਨ ਜੀਵਾਂਗੇ, ਤਾਂ ਇਹ ਗੁਣਾਂ ਵਾਲਾ ਪ੍ਰਭੂ ਸਾਡੇ ਹਿਰਦੇ ਦੇ ਅੰਦਰ ਟਿਕ ਜਾਏਗਾ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਪ੍ਰਭੂ ਗੁਣਾਂ ਦਾ ਖਜ਼ਾਨਾ ਹੈ ਤੇ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੀ ਵਰਤੋਂ ਵਿੱਚ ਆਉਂਦਾ ਹੈ। ਯਾਨੀ ਪ੍ਰਭੂ ਪਰਮਾਤਮਾ ਦੇ ਜੋ ਪਿਆਰੇ ਨੇ, ਰੱਬੀ ਗੁਣਾਂ ਨੂੰ ਜੀਵਨ ਦੇ ਅੰਦਰ ਵਰਤਦੇ ਹਨ, ਇੰਪਲੀਮੈਂਟ ਕਰਦੇ ਨੇ, ਉਹਨਾਂ ਨੂੰ ਹੀ ਪ੍ਰਭੂ ਦੇ ਪਿਆਰੇ ਕਿਹਾ ਜਾ ਸਕਦਾ ਹੈ। ਤਾਂ ਜਿਵੇਂ ਜਿਵੇਂ ਮਨੁੱਖ ਸਿਫਤ ਸਲਾਹ ਕਰੇਗਾ, ਜਿਵੇਂ ਜਿਵੇਂ ਇਸ ਦੀ ਸਕਾਰਾਤਮਕ ਸੋਚ ਹੋਵੇਗੀ, ਉਹ ਇਹਦੇ ਸੁਭਾਅ ਦੇ ਅੰਦਰ ਟਿਕ ਜਾਏਗਾ ਔਰ ਪ੍ਰਭੂ ਦੇ ਗੁਣ ਸਦਾ ਵਾਸਤੇ ਇਸ ਦੇ ਹਿਰਦੇ ਦੇ ਅੰਦਰ ਵਸ ਜਾਣਗੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਹਨ, ਪਿਆਰਿਓ, ਜੇ ਸਫਲ ਜ਼ਿੰਦਗੀ ਜੀਣੀ ਹੈ, ਜੇ ਖੁਸ਼ੀ ਵਾਲੀ ਜ਼ਿੰਦਗੀ ਜੀਣੀ ਹੈ, ਜੇ ਆਨੰਦਮਈ ਜੀਵਨ ਜੀਣਾ ਹੈ, ਤਾਂ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਵਾਸਤੇ ਉਦਮ ਕਰੋ। ਆਪਣੀ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਰੋ ਔਰ ਪ੍ਰਭੂ ਦੀ ਸਿਫਤ ਸਲਾਹ ਹਮੇਸ਼ਾ ਕਰਦੇ ਰਹੋ, ਭਾਵ ਕਿ ਸ਼ੁਭ ਗੁਣਾਂ ਦੇ ਨਾਲ ਜੁੜੇ ਰਹੋ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋਂ ਜੀਵਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਗੁਰੂ ਦੇ ਸੋਹਣੇ ਚਰਨ ਕਮਲਾਂ ਦਾ ਧਿਆਨ ਧਰ ਕੇ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਹਰ ਜਪ ਹੋਂ ਜੀਵਾਂ ਤੋਂ ਭਾਵ ਕਿ ਪ੍ਰਭੂ ਦੀ ਸਿਫਤ ਸਲਾਹ ਕਰਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ। ਜਦੋਂ ਮੈਂ ਸਿਫਤ ਸਲਾਹ ਕਰਦਾ ਹਾਂ, ਉਦੋਂ ਆਤਮਿਕ ਜੀਵਨ ਮਿਲਦਾ ਹੈ, ਉਦੋਂ ਖੇੜਾ, ਖੁਸ਼ੀਆਂ, ਪ੍ਰਸੰਨਤਾ ਪੈਦਾ ਹੁੰਦੀਆਂ ਨੇ। ਪਰ ਜਦੋਂ ਮੈਂ ਉਸ ਮਾਲਕ ਨੂੰ ਭੁੱਲਦਾ ਹਾਂ, ਉਦੋਂ ਆਤਮਿਕ ਮੌਤ ਹੋ ਜਾਂਦੀ ਹੈ। ਜਦੋਂ ਕੋਈ ਉਸ ਪ੍ਰਭੂ ਨੂੰ ਭੁੱਲਦਾ ਹੈ, ਗੁਣਾਂ ਨੂੰ ਭੁੱਲਦਾ ਹੈ, ਗੁਣਾਂ ਨੂੰ ਵਿਸਾਰ ਦਿੰਦਾ ਹੈ, ਉਦੋਂ ਉਹਦੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਮਾਨਸਿਕ ਰੋਗ ਪੈਦਾ ਹੋ ਜਾਂਦੇ ਨੇ, ਵਿਕਾਰਾਂ ਦੇ ਰੋਗ ਉਹਨੂੰ ਆ ਘੇਰਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਿੰਨੇ ਵੀ ਵਿਕਾਰਾਂ ਦੇ ਰੋਗ ਨੇ, ਕਾਮ ਕ੍ਰੋਧ ਆਦਿਕ ਦੇ, ਉਦੋਂ ਹੀ ਆ ਘੇਰਦੇ ਨੇ ਜਦੋਂ ਮਨੁੱਖ ਪ੍ਰਭੂ ਨੂੰ ਭੁੱਲਦਾ ਹੈ। ਤਾਂ ਮੈਂ ਗੁਰੂ ਦੇ ਸੋਹਣੇ ਚਰਨ ਕਮਲ ਦਾ ਧਿਆਨ ਧਰਦਾ ਹੋਇਆ, ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਦਾ ਹੋਇਆ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ। ਤਾਂ ਗੁਰੂ ਦੇ ਚਰਨ ਕਮਲਾਂ ਤੋਂ ਭਾਵ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਜੀਵਨ ਦਾ ਢੰਗ, ਯਾਨੀ ਗੁਰੂ ਦੇ ਸਿਧਾਂਤਾਂ ਮੁਤਾਬਕ ਜ਼ਿੰਦਗੀ ਜੀਣੀ। ਜਿਵੇਂ ਗੁਰਦੇਵ ਪਾਤਸ਼ਾਹ ਸਾਨੂੰ ਪਾਵਨ ਬਾਣੀ ਰਾਹੀਂ ਜੀਵਨ ਜੀਣ ਦੀ ਪ੍ਰੇਰਨਾ ਦਿੰਦੇ ਹਨ, ਉਸ ਨੂੰ ਆਪਣੇ ਜੀਵਨ ਦਾ ਮੁੱਖ ਅੰਗ ਬਣਾ ਲੈਣਾ। ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵਿਆਂ ਹੀ ਆਤਮਿਕ ਜੀਵਨ ਸਾਡੀ ਝੋਲੀ ਵਿੱਚ ਪੈਂਦਾ ਹੈ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ। ਪਾਰ ਬ੍ਰਹਮ ਦਾ ਆਰਾਧਨ ਕਰਦਿਆਂ, ਪਾਰ ਬ੍ਰਹਮ ਦਾ ਧਿਆਨ ਧਰਦਿਆਂ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਰਸਨਾ ਨਾਲ, ਮੂੰਹ ਦੇ ਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹਾਂ। ਜੋ ਅਸੀਂ ਜ਼ਬਾਨ ਰਾਹੀਂ ਬੋਲਦੇ ਹਾਂ, ਉਹਨਾਂ ਬੋਲਾਂ ਤੋਂ ਸਾਡੀ ਮਾਨਸਿਕਤਾ ਦਾ, ਸੋਚ ਦਾ ਪਤਾ ਲੱਗਦਾ ਹੈ ਔਰ ਸਾਡੇ ਬੋਲ ਹੀ ਸਾਡੀ ਆਤਮਿਕ ਮੌਤ ਜਾਂ ਆਤਮਿਕ ਜੀਵਨ ਦਾ ਕਾਰਨ ਵੀ ਬਣਦੇ ਨੇ। ਬੋਲਾਂ ਦੇ ਸਿਰ 'ਤੇ ਸਾਡਾ ਬਹੁਤ ਸਾਰਾ ਜੀਵਨ ਟਿਕਿਆ ਹੋਇਆ ਹੈ। ਜਿਵੇਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ, ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਜਾਂ ਸੰਸਾਰ ਔਰ ਸਮਾਜ ਦੇ ਨਾਲ ਸੰਬੰਧ ਨੇ, ਉਹ ਸਾਡੇ ਮਿੱਠੇ ਬੋਲਾਂ ਕਰਕੇ ਬਣਦੇ ਨੇ। ਉਹਨਾਂ ਦੇ ਅੰਦਰ ਮਿਠਾਸ ਪੈਦਾ ਹੁੰਦੀ ਹੈ, ਪਿਆਰ ਪੈਦਾ ਹੁੰਦਾ ਹੈ। ਕੌੜੇ ਔਰ ਫਿੱਕੇ ਬੋਲ ਬੋਲਣ ਦੇ ਨਾਲ ਸਾਡੇ ਸਮਾਜਿਕ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ, ਬਿਖਰ ਜਾਂਦੇ ਨੇ, ਦੂਰੀਆਂ ਵੱਧਦੀਆਂ ਨੇ, ਵੈਰ ਭਾਵ ਪੈਦਾ ਹੋ ਜਾਂਦੇ ਨੇ। ਸਕਾਰਾਤਮਕ ਬੋਲ ਬੋਲਣ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਆਉਂਦੀ ਹੈ ਔਰ ਨਕਾਰਾਤਮਕ ਬੋਲ ਬੋਲਣ ਦੇ ਨਾਲ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਹੁੰਦੀ ਹੈ, ਜਿਸ ਦੇ ਨਾਲ ਬਹੁਤ ਸਾਰੇ ਸਰੀਰਕ ਔਰ ਮਾਨਸਿਕ ਰੋਗ ਵੀ ਮਨੁੱਖ ਨੂੰ ਆ ਕੇ ਘੇਰ ਲੈਂਦੇ ਨੇ। ਨਕਾਰਾਤਮਕ ਬੋਲ ਬੋਲਣ ਵਾਲਾ ਮਨੁੱਖ
ਜੀਵਨ ਦੇ ਅੰਦਰ ਕਦੇ ਵੀ ਕਾਮਯਾਬ ਨਹੀਂ ਹੁੰਦਾ, ਉਹਦੇ ਜੀਵਨ ਦੇ ਅੰਦਰ ਕਦੇ ਮਧੁਰਤਾ ਨਹੀਂ ਆਉਂਦੀ, ਉਹਦੇ ਰਿਸ਼ਤਿਆਂ ਨਾਤਿਆਂ ਦੇ ਅੰਦਰ ਕਦੇ ਵੀ ਮਿਠਾਸ ਪੈਦਾ ਨਹੀਂ ਹੁੰਦੀ ਹੈ। ਇਸ ਲਈ ਜੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਣਾ ਹੈ ਤਾਂ ਆਪਣੇ ਬੋਲਾਂ ਨੂੰ ਬਦਲਣਾ ਹੋਵੇਗਾ। ਆਮ ਸਿਆਣੇ ਬੰਦੇ ਕਹਿੰਦੇ ਨੇ ਨਾ ਕਿ 70-80 ਕਿਲੋ ਦੇ ਸਰੀਰ ਦੀ ਬਜਾਏ ਜੇ 15-20 ਗ੍ਰਾਮ 50 ਗ੍ਰਾਮ ਦੀ ਜ਼ਬਾਨ 'ਤੇ ਕੰਟਰੋਲ ਕਰ ਲਿਆ ਜਾਏ ਤਾਂ ਮਨੁੱਖ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਮਨੁੱਖ ਬੋਲਣਾ ਤਾਂ 2 ਸਾਲ 2.5 ਸਾਲ ਦੀ ਉਮਰ ਵਿੱਚ ਸਿੱਖ ਜਾਂਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਸਿੱਖਣ ਵਿੱਚ ਕਈ ਵਾਰ ਮਨੁੱਖਾਂ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਔਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਬੋਲਣਾ ਹੈ ਔਰ ਕੀ ਬੋਲਣਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਨੂੰ ਸਮਝਾ ਰਹੇ ਹਨ ਕਿ ਪਿਆਰਿਓ, ਜੇ ਤੁਸੀਂ ਪ੍ਰਭੂ ਦੀ ਸਿਫਤ ਸਲਾਹ ਵਾਲੇ ਬੋਲ ਬੋਲਦੇ ਹੋ, ਸੱਚੇ ਪਿਆਰੇ ਮਿੱਠੇ ਬੋਲ ਬੋਲਦੇ ਹੋ, ਤਾਂ ਇਹ ਸਮਝ ਲਓ ਤੁਸੀਂ ਆਪਣੇ ਮੁਖ ਦੇ ਅੰਦਰ ਅੰਮ੍ਰਿਤ ਪਾ ਰਹੇ ਹੋ ਔਰ ਦੂਜਿਆਂ ਦੇ ਕੰਨਾਂ ਦੇ ਵਿੱਚ ਵੀ ਅੰਮ੍ਰਿਤ ਪਹੁੰਚਾ ਰਹੇ ਹੋ। ਇਹ ਹੁਣ ਮਨੁੱਖ ਨੇ ਚੋਣ ਆਪ ਕਰਨੀ ਹੈ ਕਿ ਮੈਂ ਕੈਸੇ ਬੋਲ ਬੋਲਣੇ ਹਨ, ਪਰ ਗੁਰੂਦੇਵ ਪਾਤਸ਼ਾਹ ਜੀ ਸਾਨੂੰ ਹਿਦਾਇਤ ਕਰ ਰਹੇ ਹਨ ਕਿ ਪਿਆਰਿਓ, ਮਿੱਠੇ ਪਿਆਰੇ ਸਕਾਰਾਤਮਕ ਸਿਫਤ ਸਲਾਹ ਵਾਲੇ ਬੋਲ ਬੋਲਿਆਂ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜਿਹੜੇ ਸਿਫਤ ਸਲਾਹ ਕਰਦੇ ਨੇ, ਜੋ ਪ੍ਰਭੂ ਦੀ ਰਜ਼ਾ ਹੁਕਮ ਦੇ ਅੰਦਰ ਤੁਰੇ ਹੋਏ ਨੇ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਜੀ ਜੰਤ ਸਭ ਸੁਖ ਬਸੇ, ਸਭ ਕੈ ਮਨ ਲੋਚ। ਜਿਨ੍ਹਾਂ ਸਾਰੇ ਮਨੁੱਖਾਂ ਦੇ ਮਨਾਂ ਦੇ ਅੰਦਰ ਲੋਚਾ ਹੁੰਦੀ ਨਾ, ਪਿਆਰ ਹੁੰਦਾ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ, ਉਹ ਸਾਰੇ ਜੀਵ ਜੰਤ ਸੁਖੀ ਵਸਦੇ ਨੇ, ਉਹ ਸਾਰੇ ਮਨੁੱਖ ਮਾਤਰ ਸੁਖੀ ਵਸਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਦੁੱਖ ਕਦੇ ਪ੍ਰਭਾਵ ਨਹੀਂ ਪਾਉਂਦਾ, ਉਹ ਦੁੱਖਾਂ ਤੋਂ ਕਦੇ ਘਾਬਰਦੇ ਨਹੀਂ। ਪਹਿਲੀ ਗੱਲ, ਉਹਨਾਂ ਦੇ ਜੀਵਨ ਦੇ ਅੰਦਰ ਦੁੱਖ ਆਉਂਦਾ ਹੀ ਨਹੀਂ, ਕਿਉਂਕਿ ਦੁੱਖ ਜਿਹੜਾ ਹੈ ਉਹ ਸਾਡੇ ਪਾਪਾਂ, ਵਿਕਾਰਾਂ, ਮਾੜੀ ਸੋਚ ਔਰ ਮਾੜੇ ਵਿਹਾਰ ਕਰਕੇ ਪੈਦਾ ਹੁੰਦਾ ਹੈ। ਚਾਹੇ ਉਹ ਸਾਡੇ ਆਪਣੇ ਮਾੜੇ ਵਿਹਾਰ ਕਰਕੇ ਪੈਦਾ ਹੋਵੇ ਜਾਂ ਕਿਸੇ ਦੂਜੇ ਦੇ ਮਾੜੇ ਵਿਹਾਰ ਕਰਕੇ ਪੈਦਾ ਹੋਵੇ, ਦੁੱਖ ਹਮੇਸ਼ਾ ਮਾੜੇ ਕਰਮਾਂ ਕਰਕੇ ਹੀ ਪੈਦਾ ਹੁੰਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੀ ਲੋਚਾ ਪੈਦਾ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਤਾਂਘ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ ਉਸ ਪ੍ਰਭੂ ਦੀ ਸਿਫਤ ਸਲਾਹ ਦਾ, ਉਹ ਸਭ ਜੀਵ ਜੰਤ ਸੁਖੀ ਵਸਦੇ ਨੇ, ਉਹਨਾਂ ਦੇ ਹਿਰਦੇ ਸ਼ਾਂਤ ਨੇ, ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ। ਤਾਂ ਇਹਦਾ ਭਾਵ ਇਹ ਹੈ ਕਿ ਜੇ ਅਸੀਂ ਵੀ ਜਾਂ ਹੋਰ ਕੋਈ ਵੀ ਬੰਦਾ, ਮਨੁੱਖ ਮਾਤਰ ਸੁਖ ਸ਼ਾਂਤੀ ਆਨੰਦ ਖੇੜਾ ਚਾਹੁੰਦਾ ਹੈ ਤਾਂ ਉਹਨੂੰ ਆਪਣੇ ਮਨ ਦੇ ਅੰਦਰ ਪਿਆਰੇ ਪ੍ਰੀਤਮ ਦੀ ਸਿਫਤ ਸਲਾਹ ਦੀ, ਰੱਬੀ ਗੁਣ ਗਾਣ ਦੀ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਦੀ ਤਾਂਘ ਪੈਦਾ ਕਰਨੀ ਚਾਹੀਦੀ ਹੈ। ਉਹਦੇ ਅੰਦਰ ਇੱਛਾ ਪੈਦਾ ਹੋਣਾ ਚਾਹੀਦੀ ਹੈ, ਉਹਦੇ ਅੰਦਰ ਇਹ ਲਾਲਸਾ ਹੋਣੀ ਚਾਹੀਦੀ ਹੈ ਕਿ ਮੈਂ ਪ੍ਰਭੂ ਦੀ ਸਿਫਤ ਸਲਾਹ ਕਰਾਂ। ਉਹਨੂੰ ਇਸ ਪਾਸੇ ਯਤਨ ਕਰਨਾ ਚਾਹੀਦਾ ਹੈ, ਉੱਦਮ ਕਰਨਾ ਚਾਹੀਦਾ ਹੈ ਔਰ ਸਿਫਤ ਸਲਾਹ ਵਾਲੇ ਰਾਸਤੇ ਨੂੰ, ਉੱਦਮ ਦੇ ਰਾਸਤੇ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਕਰਕੇ ਉਹ ਜੀਵਨ ਦੇ ਹਰ ਪੱਖ ਦੇ ਅੰਦਰ ਸਫਲ ਹੋ ਸਕੇ। ਹੁਣ ਜੋ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਮੰਨ ਕਰਕੇ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਸ ਮਾਲਕ ਦੀ ਮਿਲਾਪ ਦੀ ਲੋਚਾ ਹੈ, ਸਿਫਤ ਸਲਾਹ ਦੀ ਲੋਚਾ ਹੈ, ਪ੍ਰਭੂ ਦਾ ਪਿਆਰ ਅੰਦਰ ਟਿਕਿਆ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ? ਕਈ ਵਾਰ ਬੰਦਾ ਵਿਖਾਵਾ ਵੀ ਕਰਦਾ ਹੈ, ਕਈ ਵਾਰ ਬੰਦਾ ਬਾਹਰੀ ਭੀਖ ਧਾਰਮਿਕ ਬਣਾ ਲੈਂਦਾ ਹੈ, ਕਈ ਵਾਰ ਬਹੁਤ ਚੁਸਤ ਚਲਾਕ ਲੋਕ ਬੋਲ ਵੀ ਬੜੇ ਮਿੱਠੇ ਪਿਆਰੇ ਕਰ ਲੈਂਦੇ ਨੇ ਵਿਖਾਵੇ ਦੇ ਤੌਰ 'ਤੇ। ਪਰ ਗੁਰੂਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਲੋਚਾ ਹੁੰਦੀ ਹੈ, ਉਹਨਾਂ ਦੀ ਇੱਕ ਨਿਸ਼ਾਨੀ ਇਹ ਹੈ ਕਿ ਪਰ ਉਪਕਾਰ ਨਿਤ ਚਿਤਵ ਤੇ ਨਾਹੀਂ ਕਛ ਪੋਚ। ਉਹ ਮਨੁੱਖ ਹਮੇਸ਼ਾ ਪਰ ਉਪਕਾਰ ਦੀ ਸੋਚ ਰੱਖਦੇ ਨੇ ਔਰ ਕੱਲੀ ਸੋਚ ਨਹੀਂ ਰੱਖਦੇ, ਉਹ ਲੋਕ ਪਰ ਉਪਕਾਰ ਕਰਦੇ ਨੇ। ਸੰਸਾਰ ਦੇ ਅੰਦਰ ਜੋ ਪਿੱਛੇ ਰਹਿ ਗਏ ਨੇ, ਚਾਹੇ ਉਹ ਧਾਰਮਿਕ ਦੁਨੀਆ ਵਿੱਚ ਪਿੱਛੇ ਰਹਿ ਗਏ, ਆਰਥਿਕ ਦੁਨੀਆ ਵਿੱਚ ਪਛੜ ਗਏ, ਸਮਾਜਿਕ ਦੁਨੀਆ ਵਿੱਚ ਪਛੜ ਗਏ, ਜਾਂ ਜੋ ਸਰੀਰਕ ਤੌਰ 'ਤੇ ਅਪੰਗ ਨੇ, ਅਪਾਹਿਜ ਨੇ, ਉਹ ਉਹਨਾਂ ਲੋਕਾਂ ਵਾਸਤੇ ਵੀ ਭਲਾ ਸੋਚਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੇਵਾ ਭਾਵ ਹੁੰਦਾ ਹੈ। ਉਹ ਸੰਸਾਰ ਦੇ ਅੰਦਰ
ਦੂਜਿਆਂ ਲੋਕਾਂ ਦਾ ਸਹਿਯੋਗ ਕਰਦੇ ਨੇ, ਉਤਥਾਨ ਵਾਸਤੇ, ਤਰੱਕੀ ਵਾਸਤੇ ਸਕਾਰਾਤਮਕ ਸੋਚ ਦਿੰਦੇ ਹਨ। ਉਹ ਲੋਕਾਂ ਦੇ ਅੰਦਰ ਆਤਮ ਵਿਸ਼ਵਾਸ ਔਰ ਆਤਮ ਬਲ ਪੈਦਾ ਕਰਦੇ ਹਨ, ਦੂਜਿਆਂ ਦਾ ਸਹਿਯੋਗ ਕਰਦੇ ਹਨ, ਅਧੂਰੇ ਨੂੰ ਪੂਰਨਤਾ ਵਾਲੇ ਪਾਸੇ ਵਧਾਉਣ ਦਾ ਯਤਨ ਕਰਦੇ ਨੇ। ਜਿਨ੍ਹਾਂ ਦੀ ਸੋਚ ਨੀਵੀਂ ਹੈ ਉਹਨਾਂ ਨੂੰ ਮਹਾਨ ਸੋਚ ਬਣਾਉਣ ਦੀ ਪ੍ਰੇਰਨਾ ਦਿੰਦੇ ਨੇ, ਯਾਨੀ ਪਰ ਉਪਕਾਰ ਦੀ ਭਾਵਨਾ ਦੇ ਨਾਲ ਜੀਂਦੇ ਨੇ। ਗੁਰਦੇਵ ਪਾਤਸ਼ਾਹ ਨੇ ਸਾਨੂੰ ਹੋਰ ਥਾਂ ਵੀ ਸਮਝਾਇਆ ਹੈ ਕਿ ਪਿਆਰਿਓ, ਦੁਨਿਆਵੀ ਵਿੱਦਿਆ ਦੇ ਜੇ ਤੁਸੀਂ ਧਾਰਨੀ ਹੋ ਤਾਂ ਇਹ ਬਹੁਤ ਚੰਗੀ ਗੱਲ ਹੈ, ਪਰ ਵਿੱਦਿਆ ਦੇ ਵਿਚਾਰਵਾਨ ਤਾਂ ਹੀ ਸਮਝਿਆ ਜਾਏਗਾ ਜੇ ਇਸ ਗਿਆਨ ਨੂੰ, ਇਸ ਵਿੱਦਿਆ ਨੂੰ ਪਰ ਉਪਕਾਰ ਵਾਸਤੇ ਵਰਤੋ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਤਾਂ ਹੀ ਤੁਸੀਂ ਵਿੱਦਿਆਵਾਨ ਸਮਝੇ ਜਾ ਸਕਦੇ ਹੋ। ਇਸ ਵਿੱਦਿਆ ਦਾ, ਗਿਆਨ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇ ਇਸ ਦੇ ਨਾਲ ਪਰ ਉਪਕਾਰ ਕੀਤਾ ਜਾਏ, ਜੇ ਦੁਨੀਆ ਦੇ ਅੰਦਰ ਸੇਵਾ ਕੀਤੀ ਜਾਏ, ਦੂਜਿਆਂ ਦਾ ਸਹਿਯੋਗ ਕੀਤਾ ਜਾਏ, ਤਾਂ ਹੀ ਅਸੀਂ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਸਕਦੇ ਹਾਂ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ। ਸੇਵਾ ਕਰਤ ਹੋਏ ਨਿਹਕਾਮੀ, ਕਿਸ ਕੋ ਹੋਤ ਪ੍ਰਾਪਤ ਸੁਆਮੀ। ਜੋ ਨਿਸ਼ਕਾਮ ਭਾਵਨਾ ਦੇ ਨਾਲ, ਨਿਸ਼ਕਪਟ ਭਾਵਨਾ ਦੇ ਨਾਲ, ਬਿਨਾਂ ਲਾਲਚ ਤੋਂ ਕਿਸੇ ਦਾ ਸਹਿਯੋਗ ਕਰਦਾ ਹੈ, ਉਹ ਮਨੁੱਖ ਹੀ ਮਹਾਨ ਮੰਨਿਆ ਜਾਂਦਾ ਹੈ। ਪਰ ਉਪਕਾਰ ਨਿਤ ਚਿਤਵਤੇ, ਪ੍ਰਭੂ ਪਿਆਰਿਆਂ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ, ਅਤੇ ਨਾਲ ਨਾ ਹੀ ਕਛ ਪੋਚ। ਪੋਚ ਦਾ ਮਤਲਬ ਪਾਪ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਪਾਪ ਨਹੀਂ ਹੈ। ਉਹ ਰਿਸ਼ਵਤਖੋਰੀ, ਚੋਰ ਬਜ਼ਾਰੀ ਜਾਂ 2 ਨੰਬਰ ਦੇ ਧੰਦੇ ਨਹੀਂ ਕਰਦੇ। ਉਹਨਾਂ ਦੇ ਅੰਦਰ ਮੇਰ ਤੇਰ ਦੀ ਭਾਵਨਾ ਨਹੀਂ ਹੈ। ਉਹਨਾਂ ਦੇ ਅੰਦਰ ਜਾਤੀਵਾਦ ਜਾਂ ਇਲਾਕਾ ਪ੍ਰਸਤੀ ਨਹੀਂ ਹੈ। ਉਹ ਸਾਰੇ ਸੰਸਾਰ ਨੂੰ ਰੱਬ ਦਾ ਘਰ ਸਮਝਦੇ ਨੇ ਔਰ ਹਰ ਇਨਸਾਨ ਨੂੰ ਰੱਬ ਦੇ ਰੂਪ ਵਿੱਚ ਵੇਖਦੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਹਨ, ਧਨ ਸੁਥਾਨ ਬਸੰਤ ਧਨ ਜਹ ਜਪੀਐ ਨਾਮ। ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਯਾਨੀ ਰੱਬ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਜਿੱਥੇ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਵੀ ਜਾਂਦੀ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਥਾਂ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਉਹ ਥਾਂ ਭਾਗਾਂ ਵਾਲਾ ਹੈ। ਉੱਥੇ ਵਸਣ ਵਾਲੇ ਲੋਕ ਭਾਗਾਂ ਵਾਲੇ ਨੇ। ਗੁਰਦੇਵ ਦਾ ਪਾਵਨ ਬਚਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਸਿਫਤ ਸਲਾਹ ਹੁੰਦੀ ਹੈ ਉੱਥੇ ਰਹਿਣ ਵਾਲੇ ਲੋਕ ਖੁਸ਼ਹਾਲ ਹੋਣਗੇ, ਉੱਥੇ ਪਿਆਰ ਮੁਹੱਬਤ ਸੁੱਖ ਸ਼ਾਂਤੀ ਹੋਵੇਗੀ। ਬੇਸ਼ੱਕ ਦੁਨਿਆਵੀ ਧਨ ਦੀ ਬਹੁਤਾਤ ਨਾ ਹੋਵੇ, ਪਰ ਜਿੱਥੇ ਸਿਫਤ ਸਲਾਹ ਨਹੀਂ, ਜਿੱਥੇ ਸਕਾਰਾਤਮਕ ਸੋਚ ਨਹੀਂ, ਜਿੱਥੇ ਸ਼ੁਭ ਗੁਣਾਂ ਦੀ ਗੱਲ ਨਹੀਂ ਹੈ, ਬੇਸ਼ੱਕ ਧਨ ਦੀ ਬਹੁਤਾਤ ਹੋਏਗੀ ਲੇਕਿਨ ਵਿਕਾਰ ਹੋਣਗੇ, ਪਾਪ ਹੋਣਗੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਿਆਰਿਓ, ਜਿੱਥੇ ਚੰਗੀ ਸੋਚ ਹੈ, ਜਿੱਥੇ ਚੰਗੇ ਇਨਸਾਨ ਵਸਦੇ ਨੇ, ਉਹ ਥਾਂ ਧਨਤਾ ਯੋਗ ਹੈ। ਉਸ ਥਾਂ 'ਤੇ ਵਸਣ ਵਾਲੇ ਲੋਕ ਧਨਤਾ ਯੋਗ ਨੇ। ਇਸ ਲਈ ਆਪਣਾ ਜੀਵਨ ਐਸਾ ਬਣਾਓ ਕਿ ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਜਿੱਥੇ ਵੀ ਜਾ ਕੇ ਬੈਠੋ, ਜਿੱਥੇ ਵਸੋ, ਜਿੱਥੇ ਰਹੋ, ਜਿੱਥੇ ਵਿਚਰੋ, ਜਿੱਥੇ ਮਿਲੋ ਵਰਤੋ, ਜਿੱਥੇ ਕੰਮਕਾਰ ਕਰੋ, ਉੱਥੇ ਸਿਫਤ ਸਲਾਹ ਦੀ ਗੱਲ, ਉੱਥੇ ਸ਼ੁਭ ਗੁਣਾਂ ਦੀ ਗੱਲ, ਉੱਥੇ ਸਕਾਰਾਤਮਕ ਸੋਚ ਦੀ, ਸੱਚ ਦੀ ਗੱਲ ਕਰੋ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਮਨ ਤੇ ਕਦੇ ਨਾ ਵਿਸਰੈ, ਕਥਾ ਕੀਰਤਨ ਹਰ ਅਤ ਕਨਾ, ਸੁਖ ਸਹਿਜ ਵਿਸਰਾਮ। ਕਿਉਂਕਿ ਜਿਸ ਥਾਂ ਪ੍ਰਭੂ ਦੀ ਕਥਾ ਵਾਰਤਾ ਹੁੰਦੀ ਹੈ, ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ, ਕਥਾ ਕੀਰਤਨ ਤੋਂ ਭਾਵ ਰੱਬ ਦੀ ਸਿਫਤ ਸਲਾਹ ਕਰਨੀ। ਜਿੱਥੇ ਵੀ 4 ਵੀਰ ਭੈਣਾਂ ਬੈਠ ਸ਼ੁਭ ਗੁਣਾਂ ਦੀ, ਸਕਾਰਾਤਮਕ ਪਰਉਪਕਾਰ ਦੀ, ਸੱਚ ਦੀ, ਦਇਆ ਦੀ, ਪ੍ਰੇਮ ਦੀ, ਨਿਰਭੈਤਾ, ਨਿਰਵੈਰਤਾ ਦੀ ਗੱਲ ਕਰਦੇ ਹਨ, ਗੁਰੂ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਨੇ ਕਿ ਉਸ ਜਗ੍ਹਾ 'ਤੇ ਅਤਿਅੰਤ ਆਨੰਦ ਬਣਿਆ ਰਹਿੰਦਾ ਹੈ। ਸੁੱਖ ਸਹਿਜ ਵਿਸਰਾਮ, ਉੱਥੇ ਆਤਮਕ ਆਨੰਦ, ਆਤਮਕ ਅਡੋਲਤਾ ਦਾ ਟਿਕਾਣਾ ਬਣ ਜਾਂਦਾ ਹੈ। ਜਿੱਥੇ ਜਿਸ ਹਿਰਦੇ ਵਿੱਚ, ਜਿਸ ਸੋਚ ਅੰਦਰ ਜਿਹੜਾ ਵੀ ਇਨਸਾਨ ਸ਼ੁਭ ਗੁਣਾਂ ਨਾਲ, ਰੱਬੀ ਗੁਣਾਂ ਦੇ ਨਾਲ ਜੁੜਿਆ ਹੈ, ਜੋ ਵੀ ਰੱਬ ਦੀ ਸਿਫਤ ਸਲਾਹ ਕਰਦਾ ਹੈ, ਅਸਲ ਦੇ ਅੰਦਰ ਉਸ ਦਾ ਹਿਰਦਾ, ਉਹਦੀ ਸੋਚ ਹੀ ਆਤਮਕ ਆਨੰਦ ਦਾ ਟਿਕਾਣਾ ਬਣ ਜਾਏਗੀ। ਕਿਉਂਕਿ ਜਿੱਥੇ ਹੈ ਹੀ ਸ਼ੁਭ ਗੁਣ ਨੇ, ਜਿੱਥੇ ਕੋਈ ਵਿਕਾਰ, ਪਾਪ, ਅਪਰਾਧ ਦੀ ਗੱਲ ਹੀ ਨਹੀਂ ਹੈ, ਉੱਥੇ ਦੁੱਖ ਜਾਂ ਅਸ਼ਾਂਤੀ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨੇ, ਉਹ ਹਿਰਦਾ ਘਰ ਸੁੱਖ ਦਾ, ਸਹਿਜ ਦਾ ਟਿਕਾਣਾ ਬਣ ਜਾਂਦਾ ਹੈ। ਉਹ ਮਨੁੱਖ ਮਨ, ਬਚਨ, ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਂਦਾ ਹੈ।
ਔਰ ਜੋ ਆਤਮਿਕ ਸੁੱਖ ਹੈ ਉੱਥੇ ਸदैवी ਤੌਰ 'ਤੇ ਟਿਕ ਜਾਂਦਾ ਹੈ, ਉਹ ਮਨੁੱਖ ਪੂਰਨ ਤੌਰ 'ਤੇ ਸ਼ਾਂਤ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ। ਇਸ ਲਈ ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਵੀ ਮਨ ਤੋਂ ਭੁੱਲਣਾ ਨਹੀਂ ਚਾਹੀਦਾ। ਰੱਬ ਅਨਾਥਾਂ ਦਾ ਨਾਥ ਹੈ। ਜਿਸ ਕਾ ਨਾਹੀਂ ਕੋਇ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਸ ਦਾ ਕੋਈ ਵੀ ਨਹੀਂ ਹੈ ਉਹਦਾ ਉਹ ਮਾਲਕ ਹੈ। ਤੇ ਯਾਦ ਰੱਖਣਾ, ਉਹ ਰੱਬ ਬਾਹਰ ਨਹੀਂ ਹੈ ਇਸ ਸੰਸਾਰ ਤੋਂ ਕਿ ਕਿਤੇ ਵੱਖਰੇ ਜਹਾਨ ਦੇ ਅੰਦਰ ਉਹ ਤੋਂ ਬੈਠ ਕੇ ਸੰਚਾਲਨ ਕਰਦਾ ਹੈ। ਐਸਾ ਨਹੀਂ। ਗੁਰੂ ਜੀ ਕਹਿੰਦੇ ਨੇ, ਕੁਦਰਤ ਕਰਕੇ ਵਸਿਆ ਸੋਏ। ਉਹ ਕੁਦਰਤ ਦੇ ਅੰਦਰ ਹੀ ਸਮਾਇਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਤੇਰੀ ਸਹਾਇਤਾ ਕਰਨ ਵਾਲਾ ਤੇਰੇ ਅੰਦਰ ਬੈਠਾ ਹੈ, ਬਾਹਰ ਨਹੀਂ ਹੈ। ਜੰਗਲ ਜੰਗਲ ਕਿਆ ਪਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਤੈਨੂੰ ਮਹਾਨਤਾ ਵੱਲ ਲੈ ਜਾਣ ਵਾਲਾ, ਤੈਨੂੰ ਉਚਾਈਆਂ ਵੱਲ ਲੈ ਜਾਣ ਵਾਲਾ, ਤੈਨੂੰ ਸੁੱਖ ਸ਼ਾਂਤੀ ਬਖਸ਼ਣ ਵਾਲਾ ਤੇਰੇ ਅੰਦਰ ਬੈਠਾ ਹੈ। ਇਸ ਲਈ ਉਹਦੇ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰਨ ਦਾ ਯਤਨ ਕਰ। ਜੇ ਕੋਈ ਸੰਸਾਰ ਦੇ ਅੰਦਰ ਮਨੁੱਖ ਤੇਰਾ ਸਾਥ ਦੇ ਸਕਦਾ ਹੈ, ਜੇ ਕੋਈ ਤੈਨੂੰ ਸਫਲ ਕਰ ਸਕਦਾ ਹੈ, ਤਾਂ ਸ਼ੀਸ਼ੇ ਦੇ ਅੱਗੇ ਖੜਾ ਹੋ ਕੇ ਦੇਖ, ਉਹ ਮਨੁੱਖ ਤੈਨੂੰ ਸਾਹਮਣੇ ਖੜਾ ਹੋਇਆ ਨਜ਼ਰੀ ਪਵੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਉਹ ਅਨਾਥਾਂ ਦਾ ਨਾਥ ਮਾਲਕ ਜੋ ਹਰ ਘਟ ਦੇ ਅੰਦਰ ਵਸਦਾ ਹੈ, ਉਹ ਮੈਨੂੰ ਕਦੇ ਵੀ ਭੁੱਲਦਾ ਨਹੀਂ ਔਰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਹ ਚੀਜ਼ ਚੇਤੇ ਰੱਖਣੀ ਚਾਹੀਦੀ ਹੈ ਕਿ ਉਹ ਮੇਰੇ ਔਰ ਸਾਰੇ ਜੀਵ ਜਨਤਾ ਦੇ, ਸੰਸਾਰ ਦੇ ਮਨੁੱਖ ਮਾਤਰ ਦੇ ਅੰਦਰ ਵਸ ਰਿਹਾ ਹੈ ਔਰ ਉਹ ਸਰਬ ਸ਼ਕਤੀਮਾਨ ਹੈ। ਪ੍ਰਭੂ ਪਰਮਾਤਮਾ ਕੁਛ ਵੀ ਕਰ ਸਕਦਾ ਹੈ। ਇਸ ਲਈ ਮੈਂ ਵੀ ਇਸ ਜੀਵਨ ਦੇ ਅੰਦਰ ਹਰ ਥਾਂ ਦੇ ਉੱਤੇ ਸਫਲ ਹੋ ਸਕਦਾ ਹਾਂ। ਅਤੇ ਇਹ ਹੰਕਾਰ ਨਹੀਂ ਹੈ, ਇਹ ਮਾਣ ਹੈ। ਇਸ ਲਈ ਸਵਾਭਿਮਾਨੀ ਹੋਣਾ ਅਤਿਅੰਤ ਜ਼ਰੂਰੀ ਹੈ। ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਛ ਹਾਤ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਭਾਈ, ਮੈਂ ਉਸ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ ਜਿਹਦੇ ਹੱਥ ਵਿੱਚ ਸਭ ਕੁਛ ਹੈ, ਜਿਸ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਹੂ ਮੈਂ ਕਹਿ ਨਾ ਕੋਏ। ਹੁਕਮ ਦਾ ਮਤਲਬ ਹੈ ਕਿ ਲਾ ਆਫ ਨੇਚਰ, ਰੱਬ ਦੇ ਬਣਾਏ ਹੋਏ ਕੁਦਰਤੀ ਨੇਮ। ਇਹਨਾਂ ਨੇਮਾਂ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਜੋ ਕੁਛ ਵੀ ਵਾਪਰ ਰਿਹਾ ਹੈ, ਰੱਬੀ ਰਜ਼ਾ ਭਾਣੇ ਵਿੱਚ, ਰੱਬੀ ਸਿਸਟਮ ਅੰਦਰ, ਕੁਦਰਤੀ ਨਿਯਮਾਵਲੀ ਦੇ ਅੰਦਰ ਵਾਪਰ ਰਿਹਾ ਹੈ। ਇਸ ਲਈ ਮੈਂ ਉਸ ਮਾਲਕ ਦੀ ਸ਼ਰਨ ਵਿੱਚ ਹਾਂ, ਭਾਵ ਹੁਕਮ ਰਜ਼ਾ ਦੇ ਅੰਦਰ ਤੁਰਨ ਵਾਲਾ ਹਾਂ। ਜਿਹੜਾ ਵੀ ਹੁਕਮ ਰਜ਼ਾ ਦੇ ਅੰਦਰ ਤੁਰੇਗਾ ਉਹ ਖਜ਼ਾਨੇ ਵਿੱਚ ਪੈ ਜਾਏਗਾ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ। ਉਹ ਪ੍ਰਭੂ ਦਰ 'ਤੇ ਪ੍ਰਵਾਨ ਹੋ ਜਾਏਗਾ। ਹੁਕਮ ਰਜ਼ਾਈ ਤੋਂ ਭਾਵ ਜੋ ਲਾ ਆਫ ਨੇਚਰ ਹੈ, ਕੁਦਰਤ ਦੇ ਬਣੇ ਹੋਏ ਅਟੱਲ ਨੇਮ ਨੇ, ਉਹਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜੀਣੀ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰੇ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਵਿਚਾਰ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆਂ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।